ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। की फतेह। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ। ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਗੁਰਮਤਿ ਦਾ ਜੋ ਹੈਡਿੰਗ ਦਿੱਤਾ ਹੈ, ਵੀਰ ਗੁਰਸ਼ਰਨ ਸਿੰਘ ਜੀ ਨੇ, ਵੀ ਉਹ ਕਿਹੜੀ ਵਿਚਾਰਧਾਰਾ ਸੀ ਜਿਹੜੀ ਗੁਰਮਤਿ ਨੂੰ ਅਸੀਂ ਜਿਹਦਾ ਨਾਮ ਗੁਰਮਤਿ ਰੱਖਿਆ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿੱਚ ਆ ਕੇ ਉਸ ਗੁਰਮਤਿ ਦੇ ਕਿਹੜੇ ਸਿਧਾਂਤ ਸਾਨੂੰ ਦ੍ਰਿੜ ਕਰਾਏ। ਉਹ ਜੀ ਅੱਜ ਦੇ ਵਿਸ਼ਾ ਸਾਡਾ ਉਸੇ ਉੱਤੇ ਹੈ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਪਿਛਲੇ ਹਫ਼ਤੇ 'ਚ ਮਨਾਇਆ ਗਿਆ। ਉਸ ਦਿਨ ਦਾ ਅਜੇ 3-4 ਲੈਕਚਰ ਪਿੱਛੇ ਵੀ 2 ਲੈਕਚਰ ਵੀ ਤੇਜਿੰਦਰ ਸਿੰਘ ਜੀ ਕਰ ਚੁੱਕੇ ਹਨ। ਅੱਜ ਇਸੇ ਲੜੀ ਦਾ ਲੈਕਚਰ ਹੈ ਜਿਹੜਾ ਅਸੀਂ ਅੱਗੇ ਤੋਰ ਰਹੇ ਹਾਂ। ਵੀਰ ਗੁਰਸ਼ਰਨ ਸਿੰਘ ਨੂੰ ਬੇਨਤੀ ਕਰਦਾ, ਕਿਰਪਾ ਕਰੋ ਜੀ, ਆਪ ਜੀ ਗੁਰੂ ਨਾਨਕ ਸਾਹਿਬ ਅਤੇ ਗੁਰਮਤਿ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ। अच्छा वाहिगुरु जी की फतेह। जे सोचंदा उगवै सूरज चढ़े हजार एते चानन होंदिया गुर बिन घोर अंधार। गुरु प्यारियो गुरु सवारियो, एक बारी फिर फतेह नाल सांझ करना जी। वाहिगुरु जी का खालसा, वाहिगुरु जी की फतेह। आप ਸਾਰੇ ਜਾਣਦੇ ਹੋ, ਜਿਵੇਂ ਕਿ ਵੀਰ ਜੀ ਹੁਣੀ ਸ਼ੇਅਰ ਕਰ ਰਹੇ ਸੀਗੇ ਕਿ ਹੁਣੇ ਸੰਸਾਰ ਭਰ ਚ ਜਿੱਥੇ ਵੀ ਸਿੱਖ ਵਸਦੇ ਨੇ, ਜਿੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਵਸਦੇ ਨੇ, ਉਹਨਾਂ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਇਹ ਕਮਾਲ ਦੀ ਗੱਲ ਆਪ ਜੀ ਨੇ ਜ਼ਰੂਰ ਵੇਖੀ ਹੋਏਗੀ ਕਿ ਜਿੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਗੱਲ ਹੈ, ਆਮ ਤੌਰ ਦੇ ਉੱਤੇ ਜਿਸ ਪਰਸੈਂਟੇਜ, ਜਿਸ ਗਿਣਤੀ ਦੇ ਵਿੱਚ ਨੌਨ ਸਿੱਖ ਉਹਦੇ ਚ ਪਾਰਟਿਸਿਪੇਟ ਕਰਦੇ ਆ, ਮੇਰਾ ਖਿਆਲ ਬਾਕੀ ਜਿੰਨੇ ਵੀ ਸਾਡੇ ਸਮਾਗਮ ਹੁੰਦੇ ਨੇ ਉਹਨਾਂ ਨਾਲੋਂ ਕਿਤੇ ਵੱਧ ਪਰਸੈਂਟੇਜ ਆਮ ਜਿਹੜੇ ਨੌਨ ਸਿੱਖ ਹੈ ਉਹਨਾਂ ਦੀ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਹੁੰਦੀ ਹੈ। ਤੇ ਬੜੀ ਇਨਕਰੇਜਿੰਗ ਗੱਲ ਵੀ ਹੈ। ਹਾਂ, ਔਰ ਇੱਕ ਪਾਸਿਓਂ ਸਾਡੇ ਲਈ ਵੀ ਸੋਚਣ ਦੀ ਵੀ ਗੱਲ ਹੈ ਕਿ ਇੰਜ ਕਿਉਂ ਵਾਪਰਦਾ ਹੈ, ਇੰਜ, ਔਰ ਇਹਦਾ ਕੀ ਇੰਡੀਕੇਸ਼ਨ ਸਾਡੇ ਲਈ ਹੈ ਐਜ਼ ਏ ਸਿੱਖ। ਜਿਵੇਂ ਕਿ ਵੀਰ ਜੀ ਨੇ ਹੁਣੀ ਦੱਸਿਆ ਕਿ ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ, ਬੜਾ ਸਿੱਧਾ ਸਾਦਾ ਜਿਹਾ ਟੌਪਿਕ ਹੈ ਕਿ ਗੁਰੂ ਨਾਨਕ ਸਾਹਿਬ ਅਤੇ ਗੁਰਮਤਿ। ਮੇਰੀ ਆਪਣੀ ਤੁੱਛ ਬੁੱਧੀ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ, ਗੁਰੂ ਨਾਨਕ ਸਾਹਿਬ ਨੇ ਜੋ ਕੁਝ ਕੀਤਾ, ਗੁਰੂ ਨਾਨਕ ਸਾਹਿਬ ਨੇ ਜੋ ਕੁਝ ਕਿਹਾ, ਗੁਰੂ ਨਾਨਕ ਸਾਹਿਬ ਨੇ ਜੋ ਕੁਝ ਪ੍ਰਚਾਰਿਆ, ਉਹ ਸਮੁੱਚੀ ਵਿਚਾਰਧਾਰਾ ਗੁਰਮਤਿ ਹੈ, ਜਿਹਨੂੰ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਿੱਛੇ ਸਾਡੇ ਲਈ ਅਗਵਾਈ ਸਵਰੂਪ ਸਾਡੇ ਕੋਲ ਮੌਜੂਦ ਹੈ। ਭਾਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਹੂਬਹੂ ਨਹੀਂ ਦੇਖ ਰਹੇ, ਪਰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅਸੀਂ ਹੂਬਹੂ ਦੇਖ ਸਕਦੇ ਹਾਂ। ਔਰ ਇਹ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਜਦੋਂ ਅਸੀਂ, ਵੈਸੇ ਵੀ ਆਪਾਂ ਸਾਰੇ ਹੀ ਇੱਥੇ ਜਿੱਥੇ ਤੱਕ ਇਸ ਵਿਚਾਰ ਮੰਚ ਦੀ ਗੱਲ ਹੈ, ਇਸ ਪਲੇਟਫਾਰਮ ਦੀ ਗੱਲ ਹੈ, ਇੱਥੇ ਤਾਂ ਸਾਰੇ ਹੀ ਜਿਹੜੇ ਮੇਰੇ ਵੀਰ ਨੇ ਗੁਰਮਤਿ ਦੇ ਬਹੁਤ ਵਧੀਆ ਧਾਰਨੀ ਨੇ, ਬਹੁਤ ਵਧੀਆ ਗਿਆਤਾ ਨੇ, ਤੇ ਆਪਾਂ ਇਹੀ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਸੀਂ ਮਨਾਇਆ ਹੈ। ਤੇ ਜਿੰਨੀ ਸ਼ਰਧਾ
ਜਿੰਨੀ ਭਾਵਨਾ ਇਹਨਾਂ ਪਰਵਾਂ 'ਚ ਦੇਖਣ ਨੂੰ ਮਿਲਦੀ ਹੈ, ਉਹ ਆਪਣੇ ਆਪ 'ਚ ਇੱਕ ਮਿਸਾਲ ਹੈ। ਤੇ ਜਦੋਂ ਮੈਂ ਗੱਲ ਕਰ ਰਿਹਾ ਸੀਗਾ, ਹੁਣੀ ਆਪ ਜੀ ਨਾਲ ਸਾਂਝ ਲਈ ਕਿ ਗੁਰੂ ਨਾਨਕ ਪਾਤਸ਼ਾਹ ਦਾ ਸੰਪੂਰਨ ਜੀਵਨ ਆਪਣੇ ਆਪ 'ਚ ਗੁਰਮਤ ਦਾ ਪ੍ਰਗਟਾਵਾ ਹੈ। ਜੇਕਰ ਅਸੀਂ ਉਸ ਪੱਖ ਨੂੰ ਕਿ ਗੁਰੂ ਨਾਨਕ ਦਾ ਜਿਹੜਾ ਸਰੀਰ ਸੀਗਾ ਉਹਨੂੰ ਅੱਖੋਂ ਓਲੇ ਵੀ ਕਰ ਦਈਏ, ਲੇਕਿਨ ਜਿਹੜਾ ਕੁਝ ਉਹਨਾਂ ਨੇ ਕੀਤਾ, ਜੋ ਕੁਝ ਕਿਹਾ, ਜੋ ਵਿਚਾਰਿਆ, ਜੋ ਪ੍ਰਚਾਰਿਆ, ਉਹਦਾ ਸਾਰੇ ਦਾ ਸਾਰਾ ਜਿਹੜਾ ਤਾਲੁਕ ਹੈ ਉਹ ਗੁਰਮਤ ਦੀ ਵਿਚਾਰਧਾਰਾ ਨਾਲ ਹੈ, ਜਿਹੜਾ ਹੁਣੀ ਵੀਰ ਜੀ ਹਰਜੀਤ ਸਿੰਘ ਜੀ ਕਹਿ ਰਹੇ ਸੀਗੇ। ਕਿਉਂਕਿ ਦੇਖੋ, ਜਿਹੜੀ ਵਿਚਾਰਧਾਰਾ ਹੁੰਦੀ ਹੈ ਉਹ ਕਿਸੇ ਵੀ ਕਮਿਊਨਿਟੀ, ਕਿਸੇ ਵੀ ਸੰਸਥਾ, ਕਿਸੇ ਵੀ ਕੌਮ ਨੂੰ ਅਗਵਾਈ ਦਿੰਦੀ ਹੈ, ਜਿਹਨੂੰ ਆਮ ਤੌਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਇਸ ਗੱਲ ਨੂੰ ਸਮਝਿਆ, ਤੇ ਇਸ ਨੂੰ ਜਨਰਲੀ ਕਿਹਾ ਜਾਂਦਾ ਥਾਟ ਲੀਡਰਸ਼ਿਪ, ਕਿ ਵਿਚਾਰਾਂ ਰਾਹੀਂ ਅਗਵਾਈ ਪ੍ਰਦਾਨ ਕਰਨੀ, ਥਾਟ ਲੀਡਰਸ਼ਿਪ। ਇਹ ਬੜੀ ਇੰਪੋਰਟੈਂਟ ਇਸ਼ੂ ਸੀ, ਔਰ ਗੁਰੂ ਨਾਨਕ ਪਾਤਸ਼ਾਹ ਇੱਕ ਬੜੇ ਕਮਾਲ ਦੇ ਥਾਟ ਲੀਡਰ ਸੀਗੇ। ਜਦੋਂ ਅਸੀਂ ਕਹਿੰਦੇ ਹਾਂ ਕਿ ਕਮਾਲ ਦੇ ਥਾਟ ਲੀਡਰ ਸੀਗੇ, ਇਹਨੂੰ ਥੋੜਾ ਜਿਹਾ ਆਪਾਂ ਸੰਖੇਪ ਰੂਪ ਵਿੱਚ ਇਹਨਾਂ ਕੁਝ ਕੁ ਮਿੰਟਾਂ 'ਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ, ਗੁਰੂ ਨਾਨਕ ਸਾਹਿਬ ਦੇ ਜੀਵਨ, ਪ੍ਰਚਾਰ ਅਤੇ ਗੁਰਮਤ ਨੂੰ ਸਾਹਮਣੇ ਰੱਖਦੇ ਹੋਏ। ਇੱਕ ਗੱਲ ਤਾਂ ਪੱਕੀ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜੀਉਣ ਦਾ ਢੰਗ, ਗੁਰੂ ਨਾਨਕ ਸਾਹਿਬ ਦਾ ਪ੍ਰਚਾਰਨ ਦਾ ਢੰਗ, ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਮਾਈ ਔਰ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਸਾਰੇ ਯਤਨ ਇੰਨੇ ਕਮਾਲ ਸੀਗੇ ਕਿ ਉਹਨਾਂ ਨੇ ਬਹੁਤ ਹੀ ਸਮਾਜ ਦੇ ਉੱਤੇ ਡੂੰਘਾ ਅਸਰ ਛੱਡਿਆ। ਉਹ ਕਿੰਨਾ ਚੀਜ਼ਾਂ ਤੇ ਨਿਰਭਰ ਕਰਦਾ ਹੈ, ਕਿਵੇਂ ਹੋਇਆ, ਉਹਦੀ ਸਾਰੀ ਦੀ ਸਾਰੀ ਜਿਹੜੀ ਫਾਊਂਡੇਸ਼ਨ ਹੈ ਉਹ ਵਿਚਾਰਧਾਰਾ ਹੀ ਹੈ। ਮੈਂ ਇੱਕ ਬੇਨਤੀ ਕਰਾਂ ਕਿ ਜੀਵਨ ਤਾਂ ਪਸ਼ੂ ਪੰਛੀ ਵੀ ਗੁਜ਼ਾਰਦੇ ਆ, ਆਪਾਂ ਸਾਰੇ ਜਾਣਦੇ ਹਾਂ ਕਿ ਜੀਵਨ ਪਰਮਾਤਮਾ ਦੀ ਦਿੱਤੀ ਹੋਈ ਕਮਾਲ ਦੀ ਦੇਣ ਹੈ, ਲੇਕਿਨ ਜਦ ਗੱਲ ਮਨੁੱਖ ਦੀ ਆਉਂਦੀ ਹੈ, ਇਸ ਧਰਤੀ ਦੇ ਸਿਕਦਾਰ ਦੀ ਆਉਂਦੀ ਹੈ, ਜੂਨਾਂ ਦੇ ਸਰਦਾਰ ਦੀ ਆਉਂਦੀ ਹੈ, ਤਾਂ ਜ਼ਾਹਿਰ ਹੈ ਕਿ ਮਨੁੱਖ ਤੋਂ ਇੱਕ ਚੰਗੇ ਜੀਵਨ ਜਿਉਣ ਦੀ, ਸੁਚੱਜੇ ਜੀਵਨ ਜਿਉਣ ਦੀ ਆਸ ਕੀਤੀ ਜਾਵੇ। ਹਾਲਾਂਕਿ ਇਹ ਗੱਲ ਬਹੁਤ ਸੌਖੀ ਜੀ ਹੈ, ਲੇਕਿਨ ਫਿਰ ਵੀ ਵਿਚਾਰ ਅਧੀਨ ਰੱਖਣ ਦੀ ਲੋੜ ਹੈ ਕਿ ਸਾਰੇ ਪ੍ਰਾਣੀ ਜਗਤ ਦੀ ਜੀਵਨ ਪ੍ਰਣਾਲੀ ਔਰ ਮਨੁੱਖ ਦੀ ਜੀਵਨ ਪ੍ਰਣਾਲੀ, ਜਿਹਨੂੰ ਆਪਾਂ ਜੀਵਨ ਜਾਚ ਕਹਿੰਦੇ ਆ, ਗਾਹੇ ਬਗਾਹੇ, ਉਹਦੇ ਚ ਦੋਹਾਂ ਚ ਅੰਤਰ ਹੈ, ਔਰ ਉਹ ਅੰਤਰ ਚੰਗਾ ਹੋਣਾ ਚਾਹੀਦਾ ਹੈ, ਪਰ ਚੰਗਾ ਹੁੰਦਾ ਹੈ ਜਾਂ ਨਹੀਂ, ਇਹ ਡਿਪੈਂਡ ਕਰਦਾ ਹੈ ਕਿ ਮਨੁੱਖ ਆਪਣੇ ਜੀਵਨ ਵਿੱਚ ਜੀਵਨ ਜਾਚ ਸੰਬੰਧੀ ਕਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਸਮਝਦਾ ਹੈ, ਔਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਅਪਣਾਉਂਦਾ ਹੈ। ਬਸ ਆਹੀ ਗੱਲ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਔਰ ਗੁਰਮਤ ਨਾਲ ਜੁੜ ਕੇ ਆਪਾਂ ਥੋੜੀ ਜਿਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਸਾਡੇ ਸਾਰਿਆਂ ਤੋਂ ਮਨੁੱਖ ਹੋਣ ਦੇ ਨਾਤੇ ਇੱਕ ਸੁਚੱਜੇ ਜੀਵਨ ਜਿਉਣ ਦੀ ਆਸ ਸੰਸਾਰ ਰੱਖਦਾ ਹੈ। ਇੰਜ ਜਾਪਦਾ ਹੈ ਕਿ ਜਦੋਂ ਗੱਲ ਧਰਮ ਦੀ ਕੀਤੀ ਜਾਂਦੀ ਹੈ, ਕਿਉਂਕਿ ਇਹ ਮਨੁੱਖ ਜਗਤ ਚ ਹੁੰਦੀ ਹੈ, ਪਸ਼ੂ ਜਗਤ ਚ ਨਹੀਂ ਹੈ, ਪੰਛੀ ਜਗਤ ਚ ਨਹੀਂ ਹੈ, ਹੋਰ ਕਿਸੇ ਜੂਨ ਵਿੱਚ ਨਹੀਂ ਹੈ। ਧਰਮ ਦੀ ਗੱਲ ਕੇਵਲ ਮਨੁੱਖ ਨਾਲ ਹੈ, ਤੇ ਹਰ ਚੀਜ਼ ਦਾ ਇੱਕ ਮਨੋਰਥ ਹੁੰਦਾ ਹੈ, ਮਿਸ਼ਨ ਹੁੰਦਾ ਹੈ, ਟੀਚਾ ਹੁੰਦਾ ਹੈ, ਮਕਸਦ ਹੁੰਦਾ ਹੈ। ਤੇ ਇੰਜ ਜਾਪਦਾ ਹੈ ਕਿ ਧਰਮ ਦਾ ਮਨੁੱਖ ਜਿਹੜਾ ਮੁੱਖ ਮੰਤਵ ਹੈ, ਉਹ ਮਨੁੱਖ ਨੂੰ ਐਸੀ ਅਗਵਾਈ ਕਰੇ ਕਿ ਮਨੁੱਖ ਸੁਚੱਜਾ ਜੀਵਨ ਜੀ ਸਕੇ।
ਇੱਥੇ ਇਹਦੇ ਨਾਲ ਹੀ ਗੁਰਮਤਿ ਦੀ ਵਿਚਾਰਧਾਰਾ ਦੀ ਗੱਲ ਜੁੜਦੀ ਹੈ। ਜਿਵੇਂ ਆਪਾਂ ਸਾਰੇ ਹੀ ਮੇਰਾ ਖਿਆਲ ਬਾਰ 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 ਇਹੀ ਗੱਲ ਕਰਦੇ ਹਾਂ ਕਿ ਗੁਰਮਤਿ ਇੱਕ ਜੀਵਨ ਜਾਚ ਹੈ। ਹੁਣ ਜਦੋਂ ਆਪਾਂ ਇਸ ਵਿਸ਼ੇ ਨੂੰ, ਇਸ ਟੌਪਿਕ ਨੂੰ ਬਿਲਕੁਲ ਇੱਕ ਬੇਸਿਕ ਲੈਵਲ ਤੇ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਚੀਜ਼ ਸਾਡੇ ਸਾਹਮਣੇ ਆਉਂਦੀ ਹੈ, ਉਹ ਵੀ ਬੜੀ ਵਿਚਾਰਯੋਗ ਹੈ ਵੀ ਮਨੁੱਖ ਇੰਨਾ ਕੁਝ ਜਾਣਨ ਵਾਲਾ, ਇੰਨੀਆਂ ਕੈਪੇਬਿਲਿਟੀਜ਼ ਵਾਲਾ, ਇੰਨੀ ਟੈਲੈਂਟ ਵਾਲਾ, ਇੰਨਾ ਸਮਝਦਾਰ ਹੋਣ ਦੇ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਧਰਮ ਦੀ ਬਹੁਤ ਗੱਲਾਂ ਹੋਈਆਂ, ਔਰ ਉਸ ਦੌਰਾਨ ਵੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹੜੇ 3 ਥਾਟ ਲੀਡਰ ਸੀ ਉਸ ਜ਼ਮਾਨੇ ਦੇ, ਉਹ ਆਪਣਾ ਆਪਣਾ ਕੰਮ ਕਰ ਰਹੇ ਸੀਗੇ, ਉਹ ਆਪਣੀ ਵਿਚਾਰਧਾਰਾ ਨੂੰ ਪ੍ਰਚਾਰ ਰਹੇ ਸੀਗੇ। ਭਾਵੇਂ ਉਹ ਕਾਜੀ ਸੀਗੇ, ਭਾਵੇਂ ਜੋਗੀ ਸੀਗੇ, ਭਾਵੇਂ ਬ੍ਰਾਹਮਣ ਸੀਗੇ, ਇਹ ਤਿੰਨੋਂ ਥਾਟ ਲੀਡਰ ਸੀ ਉਸ ਜ਼ਮਾਨੇ ਦੇ, ਜਿਹੜੇ ਦੁਨੀਆ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੇ ਸੀਗੇ। ਹੁਣ ਇੱਕ ਪਾਸੇ ਥਾਟ ਲੀਡਰ ਵੀ ਸੀਗੇ, ਮਨੁੱਖ ਲਿਆਕਤ ਵਾਲਾ ਵੀ ਸੀਗਾ, ਅਕਲਮੰਦ ਵੀ ਸੀਗਾ, ਲੇਕਿਨ ਕਿੰਨੀ ਹਾਸੋਹੀਣੀ ਗੱਲ ਹੈ ਕਿ ਉਸ ਸਮੇਂ ਦੀ ਜਿਹੜੀ ਸਥਿਤੀ ਸੀ, ਸਿਚੁਏਸ਼ਨ ਸੀਗੀ, ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਹੁਣੀ ਆਪਾਂ ਪੁਰਬ ਵੀ ਮਨਾਇਆ। ਮੈਨੂੰ ਐਵੇਂ ਜਾਪਦਾ ਹੈ ਕਿ ਕੁਝ ਗੱਲਾਂ ਜਿਹੜੀਆਂ ਸਾਡੇ ਨਾਲ, ਗੁਰਮਤ ਨਾਲ, ਸਾਡੇ ਜੀਵਨ ਨਾਲ, ਸਾਡੀ ਕੌਮ ਨਾਲ ਜਿਹੜੀਆਂ ਜੁੜੀਆਂ ਹੋਈਆਂ, ਤੇ ਗਾਹੇ ਬਗਾਹੇ ਜਦੋਂ ਅਸੀਂ ਇਹਨਾਂ ਖਾਸ ਪੁਰਬਾਂ ਨੂੰ ਮਨਾਉਂਦੇ ਹਾਂ ਜਾਂ ਕਿਸੇ ਵੀ ਵਿਚਾਰ ਚਰਚਾ 'ਚ ਬੈਠਦੇ ਹਾਂ, ਕਿਉਂਕਿ ਡਾਇਲੌਗ ਇੱਕ ਬੜੀ ਪਾਵਰਫੁਲ ਚੀਜ਼ ਹੈ, ਤੇ ਉਹਦੇ ਵਿੱਚ ਕੁਝ ਸਾਨੂੰ ਸੋਚਣ ਲਈ, ਕੁਝ ਮਹਿਸੂਸ ਕਰਨ ਲਈ, ਕਿਉਂਕਿ ਸੋਚ ਤੋਂ ਅਗਲਾ ਜਿਹੜਾ ਕਦਮ ਹੈ ਮਹਿਸੂਸ ਕਰਨ ਦਾ ਹੈ, ਉਸ ਕੁਝ ਮਹਿਸੂਸ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹ ਵੀ ਕਮਾਲ ਹੈ, ਇਹ ਸਾਰਾ ਕੁਝ ਹੁੰਦੇ ਹੋਏ ਕਿ ਇਨਸਾਨ ਚੰਗਾ ਜੀਵਨ ਜਿਉਣਾ ਚਾਹੁੰਦਾ ਸੀ, ਉਹਦੇ ਅੰਦਰ ਇੰਨੀ ਲਿਆਕਤ ਸੀ, ਥਾਟ ਲੀਡਰ ਸੀਗੇ ਉਸ ਜ਼ਮਾਨੇ 'ਚ, ਲੇਕਿਨ ਹਾਲ ਕੀ ਸੀਗਾ ਆਪਾਂ ਸਾਰੇ ਜਾਣਦੇ ਹਾਂ। ਬਾਰ-ਬਾਰ ਪ੍ਰਭਾਤ ਫੇਰੀਆਂ ਦੇ ਵਿੱਚ ਜਾਂ ਅਦਰਵਾਈਜ਼ ਆਪਾਂ ਇਹ ਗੱਲ ਕਰਦੇ ਹਾਂ ਕਿ ਬਾਬਾ ਦੇਖੇ ਧਿਆਨ ਧਰ ਚਲਤੀ ਸਭ ਪ੍ਰਿਥਵੀ ਦਿਸੇ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਜਿਹਨੂੰ ਗੁਰੂ ਕਿਹਾ ਜਾ ਰਿਹਾ ਸੀ ਉਸ ਵਕਤ, ਜੋ ਥਾਟ ਲੀਡਰ ਸੀਗੇ, ਜਿਹੜੇ ਆਪਣਾ ਕੰਮ ਕਰ ਰਹੇ ਸੀਗੇ, ਉਹਨਾਂ ਸਾਰਿਆਂ ਦਾ ਕੀਤਾ ਗਿਆ ਕੰਮ, ਉਹਦਾ ਇੰਪੈਕਟ ਕੀ ਸੀਗਾ? ਆਹ ਹਾਲ ਸੀਗਾ। ਤੁਸੀਂ ਸਾਰੇ ਜਾਣਦੇ ਹੋ ਅੱਜ ਦੀ ਅਵਸਥਾ ਵੀ ਕੋਈ ਜ਼ਿਆਦਾ ਵੱਖਰੀ ਨਹੀਂ ਹੈ ਉਹਦੇ ਨਾਲ। ਇੰਨੇ ਸਾਲ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ ਸਾਡੇ ਕੋਲ ਉਹ ਰਹਿਨੁਮਾਈ, ਉਹ ਵਿਚਾਰਧਾਰਾ, ਉਹ ਗੁਰੂ ਨਾਨਕ ਦੀ ਅਗਵਾਈ ਜਿਹਨੇ ਜਗਤ ਜਲੰਦੇ ਨੂੰ ਠਾਰਿਆ ਹੋਣ ਦੇ ਬਾਵਜੂਦ ਅੱਜ ਵੀ, ਬਾਕੀ ਦੀ ਗੱਲਾਂ ਤਾਂ ਛੱਡੀਏ, ਅਸੀਂ ਕੌਮ ਦੇ ਅੰਦਰ ਵੀ ਕੁਝ ਚੀਜ਼ਾਂ ਸਾਡੇ ਅੰਦਰ ਅਹਿਜੀਆਂ ਨੇ ਜਿਹੜੀਆਂ ਸਾਨੂੰ ਬਾਰ-ਬਾਰ ਕੁਰੇਦੀਆਂ ਨੇ। ਕੌਮ ਦੇ ਜਿਹੜੇ ਦਰਦਵੰਦ ਨੇ ਉਹਦੇ ਭਵਿੱਖ ਬਾਰੇ ਸੋਚਦੇ ਨੇ ਹੈ। ਤੇ ਜਦੋਂ ਆਪਾਂ ਇਹ ਗੱਲ ਕਰੀਏ ਤੇ ਨਾ ਕੇਵਲ ਆਪਾਂ 1469 ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੀਤੇ ਕੰਮ ਨੂੰ ਵੇਖੀਏ, ਉਹਨਾਂ ਦੇ ਪ੍ਰਭਾਵ ਨੂੰ ਦੇਖੀਏ, ਉਹਨਾਂ ਦੁਆਰਾ ਪ੍ਰਚਾਰੀ ਗਈ ਗੁਰਮਤ ਨੂੰ ਵੇਖੀਏ, ਅੱਜ ਦੀ ਹਕੀਕਤ ਨੂੰ ਵੀ ਨਾਲ ਜੋੜਦੇ ਹੋਏ ਆਪਾਂ ਦੇਖੀਏ ਕਿ ਸਾਨੂੰ ਕੀ ਅਗਵਾਈ ਇਸ ਮਹਾਨ ਵਿਚਾਰਧਾਰਾ ਤੋਂ ਮਿਲ ਰਹੀ ਹੈ, ਤੇ ਅਸੀਂ ਕਿਹੋ ਜਿਹਾ। ਇੱਕ ਬੇਨਤੀ ਮੈਂ ਬਾਰ-ਬਾਰ ਕਰਦਾ ਹੁੰਨਾ ਹੈ, ਖਾਸ ਕਰਕੇ ਕੁਝ ਸਮੇਂ ਤੋਂ, ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਬੋਲਣ ਵਾਲਾ ਤੇ ਸੁਣਨ ਵਾਲਾ ਦੋਨਾਂ ਤੇ ਸਾਡੇ ਲਈ ਇੱਕ ਪੱਕੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਐਡਰੈਸ ਕਰ ਰਹੇ ਹੁੰਨੇ ਹਾਂ, ਬੋਲਣ ਵਾਲਾ ਵੀ ਤੇ ਸੁਣਨ ਵਾਲਾ ਵੀ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਵਿਚਾਰਧਾਰਾ ਦਿੱਤੀ ਦੂਸਰੇ ਲਈ ਬਾਅਦ ਵਿੱਚ ਹੈ, ਪਹਿਲਾਂ ਸਾਡੇ ਲਈ ਹੈ।
ਇੱਕ ਆ ਜਿਹੜੀ ਵਿਚਾਰਧਾਰਾ ਹੈ ਗੁਰਮਤਿ ਦੀ, ਗੁਰੂ ਨਾਨਕ ਦੇ ਜੀਵਨ ਨਾਲ ਦਰਸਾਈ ਹੋਈ, ਕਿ ਆ ਜਿਹੜਾ ਜਗਤ ਜਲੰਦਾ ਸੀ ਨਾ ਜੀ, ਬਲ ਤੋਂ ਜਲ ਤੋਂ ਤੋਕਿਆ, ਕਿਆ ਕੀਤਾ? ਗੁਰਚੰਦਨ ਸ਼ੀਤਲਾਏ। ਉਹ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਅਗਵਾਈ ਉਸ ਚੰਦਨ ਵਰਗੀ ਹੈ ਜਿਹੜੀ ਜਲਦੇ ਨੂੰ ਠੰਡਾ ਕਰ ਸਕਦੀ ਹੈ। ਇੱਕ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਸਮਝਣ ਲਈ ਇੱਕ ਬਹੁਤ ਸਿੰਪਲ ਜੀ ਅਗਵਾਈ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਕਹਿੰਦੇ ਕਿ ਆਹ ਜਿਹੜੀ ਜੀਵਨ ਜਾਚ ਹੈ, ਪਰਮਾਤਮਾ ਦੇ ਘਰ ਦੀ ਆਵਾਜ਼ ਹੈ, ਇੱਕ ਗੁਣ ਹੈ, ਇਹਦੇ ਵਾਸਤੇ ਇੱਕ ਬੜਾ ਵਧੀਆ ਜਿਹਾ ਭਾਂਡਾ ਚਾਹੀਦਾ। ਕਿਹੋ ਜਿਹਾ ਭਾਂਡਾ? ਜਿਹੜਾ ਸੋਨੇ ਦਾ ਨਹੀਂ, ਪਿੱਤਲ ਦਾ ਨਹੀਂ, ਕਾਂਸੇ ਦਾ ਨਹੀਂ, ਪਲਾਟੀਨਮ ਦਾ ਨਹੀਂ। ਉਹ ਭਾਂਡਾ ਹੈ ਭਾਂਡਾ ਭਾਓ, ਅੰਮ੍ਰਿਤ ਢਾਲ, ਕੜੀਏ ਸ਼ਬਦ, ਸੱਚੀ ਟਕਸਾਲ। ਇਹ ਵਿਚਾਰਧਾਰਾ ਵਾਸਤੇ ਸਭ ਤੋਂ ਪਹਿਲੀ ਜਿਹੜੀ ਮੂਲ ਜ਼ਰੂਰਤ ਹੈ ਸਮਝਣ ਦੀ, ਅਪਣਾਉਣ ਦੀ, ਉਹ ਹੈ ਭਾਂਡਾ ਭਾਓ। ਤੇ ਜਦੋਂ ਪਿਆਰ ਦੇ ਭਾਂਡੇ ਵਿੱਚ ਬਾਬੇ ਨਾਨਕ ਦੀ ਅਗਵਾਈ ਪੈਂਦੀ ਹੈ, ਜਦੋਂ ਗੁਰਮਤਿ ਦੀ ਵਿਚਾਰਧਾਰਾ ਪੈਂਦੀ ਹੈ, ਤੇ ਫਿਰ ਉਸ ਸਮੇਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਵਾਪਰਿਆ, ਜੇ ਸਾਡੇ ਤੇ ਵੀ ਵਾਪਰੇ ਤੇ ਜੀਵਨ ਸਫਲਾ ਹੋ ਜਾਏਗਾ। ਇੱਕ ਸਟੂਡੈਂਟ ਹੋਣ ਦੇ ਨਾਤੇ, ਕਿਉਂਕਿ ਮੈਂ ਵੱਖਰੀਆਂ ਵੱਖਰੀਆਂ ਵਿਚਾਰਧਾਰਾ ਪੜ੍ਹਦਾ ਹੈ, ਰਿਲੀਜੀਅਸ ਵੀ ਤੇ ਮੈਨੇਜਮੈਂਟ ਥਾਟ ਪ੍ਰੋਸੈਸ ਵੀ। ਮੈਨੂੰ ਲੱਗਦਾ ਵੀ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਆਪਾਂ ਸਾਰੇ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਜਿੰਨਾ ਸੌਖਾ, ਜਿੰਨਾ ਕਲੀਅਰ, ਜਿੰਨਾ ਸਮਝਣਯੋਗ, ਜਿੰਨਾ ਅਮਲੀ ਤਰੀਕੇ ਨਾਲ ਦੁਨੀਆ ਨੂੰ ਸਮਝਾਇਆ, ਉਸ ਤੋਂ ਪਹਿਲਾਂ ਕੋਈ ਸਮਝਾ ਨਹੀਂ ਸਕਿਆ। ਇਹੀ ਕਾਰਨ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਸਮੇਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਦੂਜਿਆਂ ਤੇ ਪ੍ਰਭਾਵ ਪਾ ਸਕੇ। ਅੱਜ ਸ਼ਾਇਦ ਮੇਰੇ ਵਰਗੇ ਬਹੁਤ ਸਾਰੇ ਸਿੱਖ ਹੋਣਗੇ ਜਿਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੇ ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਢੰਗ ਕਿਹੋ ਜਿਹਾ ਸੀਗਾ। ਜੇਕਰ ਕਿਸੇ ਤਰ੍ਹਾਂ ਉਹਦਾ ਇੱਕ ਲੇਸ਼ ਮਾਤਰ ਵੀ ਸਾਡੇ ਜੀਵਨ ਵਿੱਚ ਆ ਜਾਏ, ਤੇ ਜਿੱਥੇ ਆਪਣਾ ਭਲਾ ਹੋਏਗਾ, ਜਿੱਥੇ ਕੌਮ ਦਾ ਭਲਾ ਹੋਏਗਾ, ਤੇ ਸਮਾਜ ਦਾ ਵੀ ਜ਼ਰੂਰ ਭਲਾ ਹੋਏਗਾ। ਗੁਰੂ ਨਾਨਕ ਸਾਹਿਬ ਮੇਡ ਰਿਲੀਜਨ very simple, very clear, very practical. In case ਸਾਡਾ ਪ੍ਰਚਾਰ ਸਿੰਪਲ, ਕਲੀਅਰ ਔਰ ਪ੍ਰੈਕਟੀਕਲ ਨਾ ਹੋਵੇ ਤਾਂ ਦਿੱਕਤ ਪੇਸ਼ ਆਉਂਦੀ ਹੈ। ਕਿਉਂਕਿ ਸਿੱਖ ਮਿਸ਼ਨਰੀ ਕਾਲਜ ਦਾ ਮੁੱਖ ਟੀਚਾ ਹੀ ਇਹੀ ਹੈ, ਮਿਸ਼ਨ ਹੀ ਇਹੀ ਹੈ ਕਿ ਸਾਰੇ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ। ਇਸ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅੱਜ ਕੱਲ ਥੋੜਾ ਫਾਇਦਾ ਹੈਗਾ ਕਿ ਸੋਸ਼ਲ ਮੀਡੀਆ ਸਾਡਾ ਸਹਾਇਕ ਹੋ ਸਕਦਾ ਹੈ, ਜਿਵੇਂ ਕਿ ਇਸ ਟਾਈਮ ਵੀ ਆਪਾਂ ਸਾਰੇ ਹੈ। ਇਹ ਗੱਲ ਨੂੰ ਅੱਗੇ ਤੋੜਦੇ ਹੋਏ ਆਪਾਂ ਇੱਕ ਇਹ ਸਮਝੀਏ ਕਿ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਬਹੁਤ ਲੰਬੀ ਵਿਚਾਰ ਚਰਚਾ ਇਸ ਬਾਰੇ ਹੋ ਸਕਦੀ ਹੈ ਸਮਝਣ ਵਾਸਤੇ ਕਿ ਕਿਹੜੀ ਚੀਜ਼ ਸਰਲ ਕੀਤੀ, ਕਿਹੜੀ ਚੀਜ਼ ਸਮਝਾਈ, ਕਿਹੜੀ ਚੀਜ਼ ਨੂੰ ਪ੍ਰੈਕਟੀਕਲ ਬਣਾਇਆ। ਉਹਨਾਂ ਚੀਜ਼ਾਂ ਨੂੰ ਆਪਾਂ ਕਿਤੇ ਇਕੱਠਾ ਕਰੀਏ, ਆਪਸ ਵਿੱਚ ਮਿਲ ਬੈਠੀਏ, ਸਮਝੀਏ, ਤੇ ਫਿਰ ਪ੍ਰਚਾਰ ਵਾਸਤੇ ਜਿਸ ਰੂਪ ਚ ਅੱਜ ਹੋ ਰਿਹਾ ਹੈ ਉਸ ਤੋਂ ਬੈਟਰ ਕਰ ਸਕੀ। ਤੇ ਸਭ ਤੋਂ ਵੱਡੀ ਕਨਫਿਊਜ਼ਨ ਜਿਹੜੀ ਸੀਗੀ, ਕੰਪਲੈਕਸਿਟੀ ਜਿਹੜੀ ਸੀ ਉਸ ਜ਼ਮਾਨੇ 'ਚ, ਉਹ ਰੱਬ ਨੂੰ ਲੈ ਕੇ ਹੀ ਸੀਗੀ। ਸਭ ਤੋਂ ਵੱਡਾ
ਸਭ ਤੋਂ ਵੱਡੀ ਕਨਫਿਊਜ਼ਨ ਵਾਸ ਇਟਸ ਆਲ ਅਬਾਊਟ ਦ ਆਲਮਾਈਟੀ, ਹੈ ਨਾ। ਕੋਈ ਕਹਿੰਦਾ ਸੀ ਅੱਲਾ ਹੈ, ਕੋਈ ਕਹਿੰਦਾ ਸੀ ਨਹੀਂ ਨਹੀਂ ਉਹ ਤਾਂ ਰਾਮ ਹੈ। ਐਂਡ ਦ ਕਨਫਿਊਜ਼ਨ ਕੰਟੀਨਿਊਜ਼ ਇਵਨ ਟੁਡੇ। ਤੇ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜਾ ਮੂਲ ਚੀਜ਼ ਸੀਗੀ ਉਹਦੀ ਗੱਲ ਕਲੈਰਿਟੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ। ਦੂਜਾ, ਆਮ ਤੌਰ ਦੇ ਉੱਤੇ ਇਨਸਾਨ ਜਦ ਜ਼ਿੰਦਗੀ 'ਚ ਵਿਚਰਦਾ ਸੀ, ਜਿਹਦੀ ਆਪਾਂ ਹੁਣੀ ਥੋੜੀ ਦੇਰ ਪਹਿਲਾਂ ਗੱਲ ਕੀਤੀ ਹੈ, the thought leaders, they create greatest impact on those who follow them. ਗੁਰੂ ਪਾਤਸ਼ਾਹ ਨੇ ਨੈਕਸਟ ਕਲੈਰਿਟੀ ਕਿੰਨੀ ਸਿੰਪਲਿਸਿਟੀ ਨਾਲ ਪ੍ਰੈਕਟੀਕਲੀ ਗੁਰੂ ਬਾਰੇ ਕੀਤੀ ਹੈ। ਕਮਾਲ ਦੀ ਕੁਝ ਚੀਜ਼ਾਂ ਬੜੇ ਸਿੰਪਲ ਤਰੀਕੇ ਨਾਲ ਗੁਰਮਤ ਵਿਚਾਰਧਾਰਾ ਦੇ ਜਿਹੜੇ ਅੰਗ ਨੇ, ਮੇਨ ਅੰਗ ਨੇ, ਉਹਨਾਂ ਵਿੱਚ ਪਾਈ ਗਈ ਹੈ। ਤੀਸਰੀ ਗੱਲ ਕਿ ਜਿਹੜੀ ਇੱਕ ਕਮਾਲ ਦੀ ਜੀਵਨ ਜੁਗਤ ਵਿਚਾਰਧਾਰਾ ਦਾ ਹਿੱਸਾ ਹੈ ਸਤਸੰਗਤ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਪ੍ਰਚਾਰਿਆ ਤੇ ਦੁਨੀਆ ਦੇ ਸਾਹਮਣੇ ਲੈ ਕੇ ਆਏ। ਇੱਥੇ ਤੱਕ ਕਿ ਸੰਸਾਰ ਨੂੰ ਲੈ ਕੇ ਕਨਫਿਊਜ਼ਨ ਸੀਗੀ ਵੱਖਰੀ ਵੱਖਰੀ, ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਵੀ ਬਹੁਤ ਵਧੀਆ ਤਰੀਕੇ ਨਾਲ ਕਲੈਰਿਟੀ ਪੇਸ਼ ਕੀਤੀ। ਸੱਚ ਝੂਠ ਨੂੰ ਲੈ ਕੇ ਬਹੁਤ ਵੱਡਾ ਕਨਫਿਊਜ਼ਨ ਸੀਗਾ ਗੁਰੂ ਪਾਤਸ਼ਾਹ ਨੇ। ਔਰ ਅੰਤ ਦੇ ਵਿੱਚ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਜਿਹੜੀ ਚੀਜ਼ ਨਿਕਲ ਕੇ ਆਉਣੀ ਚਾਹੀਦੀ ਹੈ ਉਹ ਸੀ ਜੀਵਨ ਜਾਂਚ। ਇਹਨਾਂ ਦੇ ਆਲੇ ਦੁਆਲੇ ਘੁੰਮਦੇ ਹੋਏ ਕੈਸੀ ਜੀਵਨ ਜਾਂਚ ਹੋਵੇ ਜਿਹੜੀ ਸੌਖੀ ਹੋਵੇ, ਜਿਹੜੀ ਅਪਣਾਈ ਜਾ ਸਕਦੀ। ਦੋਨੋਂ ਚੀਜ਼ਾਂ, ਇਹ ਦੋਨੋਂ ਚੀਜ਼ਾਂ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਤੇ ਗੁਰਮਤ ਪ੍ਰਚਾਰ, ਗੁਰਮਤ ਵਿਚਾਰਧਾਰਾ ਦਾ ਅੰਗ ਬਣਾ ਦਿੱਤੀ। ਕਿਉਂਕਿ ਜਿਹੜੀ ਉਸ ਟਾਈਮ ਜਿੰਨੀਆਂ ਵੀ ਦਿੱਕਤਾਂ ਸੀਗੀਆਂ ਉਹ ਇਹਨਾਂ ਚੀਜ਼ਾਂ ਦੀ ਅਣਹੋਂਦ ਸੀ ਕਰਕੇ ਸੀਗੀ। there was a gap in the understanding of the religion at that point of a time। ਔਰ ਗੁਰੂ ਸਾਹਿਬ ਨੇ ਉਸ ਗੈਪ ਨੂੰ, ਉਸ ਪੇਨ ਨੂੰ, ਉਸ ਅਗਿਆਨ ਨੂੰ ਦੂਰ ਕੀਤਾ। ਇੰਜ ਜਾਪਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਜਾਂ ਨਿਤਾ ਪ੍ਰਤੀ ਜਦੋਂ ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਤੇ ਕੁਝ ਚੀਜ਼ਾਂ ਨਿਤਾ ਪ੍ਰਤੀ ਬਹੁਤ ਸਿੰਪਲ, ਬਹੁਤ ਬੇਸਿਕ, ਬਹੁਤ ਮੂਲ, ਜਿਹੜੀਆਂ ਗੁਰਮਤ ਪ੍ਰਚਾਰਧਾਰਾ ਨਾਲ ਜੁੜੀਆਂ ਨੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਟੱਚ ਕੀਤਾ ਕਿ ਪਰਮੇਸ਼ਵਰ ਗੁਣ ਰੂਪ ਹੈ, ਗੁਣਤਾਸ ਹੈ, is the quality of the God, that's most important। ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗੁਣਾਂ ਦੀ ਗੱਲ ਕੀਤੀ ਹੈ। ਔਰ ਬੇਮਿਸਾਲ ਗੁਣ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮੂਲ ਉਪਦੇਸ਼ ਜਾਂ ਜਿਹਨੂੰ ਆਪਾਂ ਮੂਲ ਮੰਤਰ ਕਹਿੰਦੇ ਆ, ਉਹ ਸਾਡੇ ਸਭ ਤੋਂ ਵੱਡੀ ਅਗਵਾਈ ਉੱਥੇ ਦੀ ਹੈ। ਇਨਫੈਕਟ ਜੇ ਕਿਤੇ ਅਸੀਂ ਟਪਲਾ ਖਾ ਜਾਈਏ, ਕਿਤੇ ਕੋਈ ਕਨਫਿਊਜ਼ਨ ਹੋ ਜਾਏ, ਤਾਂ ਮੈਨੂੰ ਇੰਜ ਜਾਪਦਾ ਹੈ ਕਿ ਪਹਿਲਾਂ ਆਪਾਂ ਇੱਥੇ ਮੂਲ ਉਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਹੜਾ ਦੁਨੀਆ ਦੇ ਬਹੁਤ ਸਾਰੇ ਦੁੱਖਾਂ ਦਰਦਾਂ ਦਾ ਨਿਬੇੜਾ ਕਰ ਸਕਦਾ ਹੈ, ਇਨਸਾਨ ਦੀ ਸ਼ਖਸੀਅਤ ਨੂੰ ਅੱਗੇ ਲੈ ਜਾ ਸਕਦਾ ਹੈ। ਦੂਸਰੀ ਗੱਲ, ਗੁਰੂ ਪਾਤਸ਼ਾਹ ਨੇ ਬਹੁਤ ਕਲੀਅਰ ਬਾਰ 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 ਗੁਰੂ ਦੀ ਕਲੈਰਿਟੀ ਸਾਡੇ ਸਾਹਮਣੇ ਪੇਸ਼ ਕੀਤੀ ਹੈ, ਜਗਤ ਦੇ ਸਾਹਮਣੇ ਪੇਸ਼ ਕੀਤੀ ਹੈ ਕਿ ਉਹ ਜਿਹੜਾ ਬ੍ਰਹਿਮੰਡੀ ਗਿਆਨ ਹੈ ਅਸਲ ਵਿੱਚ ਉਹੀ ਗੁਰੂ ਹੈ, ਕੋਈ ਵਿਅਕਤੀ ਨਹੀਂ, ਕੋਈ ਸੰਸਥਾ ਨਹੀਂ। ਤੇ ਜ਼ਾਹਿਰ ਹੈ ਸਾਡੇ ਕੋਲ ਉਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਅੱਜ ਵੀ ਹੈ। ਤੀਸਰੀ ਗੱਲ, ਜਿੱਥੇ ਹੁਣ ਸਾਇੰਸ ਐਵੇਂ ਲੱਗਦਾ ਹੈ ਕਿ ਉਧਰ ਨੂੰ ਤੁਰਦੀ ਜਾਪਦੀ ਹੈ, the entire understanding of the universal laws is pointing towards this important issue। which one? ਰੱਬੀ ਹੁਕਮ ਅਨੁਸਾਰ ਸੱਚਾ ਅਤੇ ਅਮਲੀ ਜੀਵਨ।
ਆ ਦੋਨੋਂ ਚੀਜ਼ਾਂ ਦੀ ਜਲ ਗੱਲ ਹੋ ਜਾਂਦੀ ਹੈ। ਤੀਸਰੀ ਗੱਲ ਗੁਰੂ ਸਾਹਿਬ ਇਸ ਦੀ ਕਰਦੇ ਹਨ ਕਿ ਜਿਹੜੇ ਕਾਸਮਿਕ ਲਾਜ਼ ਨੇ, ਯੂਨੀਵਰਸਲ ਲਾਜ਼ ਨੇ, ਡਿਵਾਈਨ ਲਾਜ਼ ਨੇ, ਉਹਨਾਂ ਮੁਤਾबिक ਸੱਚਾ ਅਮਲੀ ਜੀਵਨ ਜੀਵਿਆ ਜਾਏ। ਆ ਤਿੰਨ ਕੁ ਜਿਹੜੇ ਮੂਲ ਨੁਕਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਮਤਿ ਦੇ ਵਿੱਚ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰਿਆ, ਇਹਨਾਂ ਨੂੰ ਸਮਝ ਕੇ ਅਪਣਾਉਣਾ ਜੇਕਰ ਸਾਡੇ ਜੀਵਨ ਚ ਉਤਰ ਜਾਏ, ਤੇ ਮੈਨੂੰ ਲੱਗਦਾ ਹੈ ਕਿ ਜਿੰਨੇ ਸਾਡੀਆਂ ਦਿੱਕਤਾਂ ਨੇ, ਜਿੰਨੀਆਂ ਕੌਮ ਦੀਆਂ ਦਿੱਕਤਾਂ ਨੇ, ਜਿੰਨੀਆਂ ਸੰਸਥਾਵਾਂ ਦੀਆਂ ਦਿੱਕਤਾਂ ਨੇ, ਜਿੰਨੀਆਂ ਸਮਾਜ ਦੀਆਂ ਦਿੱਕਤਾਵਾਂ ਨੇ, ਉਹ ਸਾਰੀਆਂ ਚਲੀ ਜਾਣਗੀਆਂ। ਇੱਕ ਹੋਰ ਕਮਾਲ ਦੀ ਗੱਲ, ਪਹਿਲੀ ਪੌੜੀ ਤੋਂ ਹੀ ਪੂਰੀ ਵਿਚਾਰਧਾਰਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈ ਕਿ ਵਿਚ ਇਜ਼ ਪ੍ਰਾਈਮ, ਵਿਚ ਇਜ਼ ਸੈਕੰਡਰੀ, ਹੈ ਨਾ। ਸਭ ਤੋਂ ਪਹਿਲਾਂ ਕੀ ਤੇ ਬਾਅਦ ਵਿੱਚ ਕੀ, ਡਾਇਰੈਕਸ਼ਨ ਕੀ ਹੈ ਜੀਵਨ ਜਾਂਚ ਦੀ। ਗੁਰਮਤ ਦੀ ਜਾਂਚ ਦੀ ਡਾਇਰੈਕਸ਼ਨ ਹੈ ਇਨਸਾਈਡ ਆਊਟ। ਗੁਰੂ ਆਸ਼ੇ ਅਨੁਸਾਰ, ਗੁਰੂ ਅਗਵਾਈ ਅਨੁਸਾਰ, परमात्मा ਦੇ ਹੁਕਮ ਅਨੁਸਾਰ ਬਾਹਰ ਜੀਵਨ ਜਿਉਣਾ। ਤੇ ਜਿਹੜੀ ਅੰਦਰ ਦੀ ਗੱਲ ਹੈ, ਗੁਰੂ ਸਾਹਿਬ ਨੇ ਬਾਹਰ ਦੀ ਵੀ ਗੱਲ ਕੀਤੀ ਹੈ, ਸੰਸਾਰ ਦੀ ਵੀ ਗੱਲ ਕੀਤੀ ਹੈ, ਲੇਕਿਨ ਸਭ ਤੋਂ ਵੱਧ ਗੱਲ ਕੀਤੀ ਹੈ ਅੰਦਰ ਦੀ। ਹੁਣ ਆਪ ਸਾਰੇ ਜਾਣਦੇ ਹੋ, ਅੱਜ ਕੱਲ ਤਾਂ ਸਾਇੰਸ, ਜਿੱਥੇ ਤੱਕ ਸਾਇੰਸ ਦੀ ਗੱਲ ਹੈ, ਡਿਵੈਲਪਮੈਂਟ ਦੀ ਗੱਲ ਹੈ, ਤੇ ਬੱਚਿਆਂ ਤੱਕ ਪਹੁੰਚ ਰਹੀ ਹੈ, ਸਾਰਿਆਂ ਤੱਕ ਪਹੁੰਚ ਰਹੀ ਹੈ। ਇੱਕ ਜ਼ਮਾਨਾ ਸੀ ਜਦੋਂ ਪੂਰਾ ਸਮਾਜ ਫਿਜ਼ੀਕਲ ਚੀਜ਼ਾਂ, ਫਿਜ਼ੀਕਲ ਲਾਜ਼ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ, ਹੈ ਨਾ, ਬੇਸਡ ਔਨ ਵਾਟ ਨਿਊਟਨ ਡਿਡ। ਉਹਨੂੰ ਨਿਊਟੋਨੀਅਨ ਫਿਜ਼ਿਕਸ ਵੀ ਕਿਹਾ ਜਾਂਦਾ ਹੈ। ਤੇ ਅੱਜ ਜਿਸ ਤਰੀਕੇ ਨਾਲ ਜ਼ਮਾਨਾ ਸਾਇੰਸ ਪ੍ਰਭਾਵਿਤ ਹੋ ਰਹੀ ਹੈ, ਉਹ ਕੁਆਂਟਮ ਫਿਜ਼ਿਕਸ ਹੈ। ਉਹ ਸਮਝਣ ਵਾਸਤੇ ਇੱਕ ਬੜਾ ਛੋਟਾ ਜਿਹਾ ਪੁਆਇੰਟ ਟੱਚ ਕਰਕੇ ਮੈਂ ਅੱਗੇ ਵਧਾਂਗਾ। ਆਪ ਸਾਰੇ ਜਾਣਦੇ ਹੋ ਕਿ ਜੇ ਐਟਮ ਨੂੰ ਪਕੜਿਆ ਜਾਏ 100%, ਤੇ ਉਹਦੇ ਵਿੱਚ ਜਿਹੜਾ ਫਿਜ਼ੀਕਲ ਪਾਰਟ ਹੈ ਉਹ ਬਹੁਤ ਹੀ ਛੋਟਾ ਹੈ। ਨਾਨ ਫਿਜ਼ੀਕਲ, ਨਾ ਦਿਖਣ ਵਾਲਾ ਜਿਹੜਾ ਪਾਰਟ ਹੈ ਉਹ ਹੈ 0.99999 ਨਾਨ ਵਰਡ, ਨਾ ਦਿਖਣ ਵਾਲਾ। ਤੇ ਜਿਹੜੀਆਂ ਸਾਰੀਆਂ ਤਾਕਤਾਂ ਨੇ, ਪਰਮਾਤਮਾ ਹੈ, ਗੁਰੂ ਹੈ, ਜੋ ਕੁਝ ਸਾਡੇ ਅੰਦਰ ਹੈ, ਅੰਦਰ ਦੀ ਸਾਰੀ ਜ਼ਿਆਦਾ ਇੰਪੋਰਟੈਂਸ ਹੈ। ਗੁਰਮਤ ਅੰਦਰੂਨੀ ਜੀਵਨ ਜਾਂਚ ਤੇ ਕਿਤੇ ਵੱਧ ਪਹਿਰਾ ਦਿੰਦੀ ਹੈ। ਗੁਰਮਤ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਜਿਹੜਾ ਗੱਲ ਹੈ ਉਹ ਹੈ ਅੰਦਰੂਨੀ ਜੀਵਨ ਜਾਂਚ, ਜਿਸ ਰਾਹੀਂ ਫਿਰ ਬਾਹਰ ਦੀ ਜੀਵਨ ਜਾਂਚ ਹੈ। ਅੰਦਰੂਨੀ ਜੀਵਨ ਜਾਂਚ ਤੋਂ ਬਿਨਾ ਬਾਹਰ ਦੀ ਜੀਵਨ ਜਾਂਚ ਜਿਹੜੀ ਹੈ ਉਹ ਅਧੂਰੀ ਰਹਿ ਜਾਏਗੀ। ਬਹੁਤ ਆਪਾਂ ਆਲੇ ਦੁਆਲੇ ਦੇਖਦੇ ਹਾਂ ਕਿ ਬਾਹਰ ਦੀ ਜਿਨ੍ਹਾਂ ਨੇ ਜੀਵਨ ਜਾਂਚ ਸਿੱਖੀ, ਸਿਖਰਾਂ ਤੇ ਪਹੁੰਚੇ, ਆਪਣੇ ਕਰੀਅਰ ਦੇ ਵਿੱਚ ਸਿਖਰਾਂ ਤੇ ਪਹੁੰਚੇ, ਪੈਸੇ ਲੈ ਕੇ, ਪੈਸੇ ਦੇ ਲੈਵਲ ਤੇ, ਲੇਕਿਨ ਉਹਨਾਂ ਦੀ ਜ਼ਿੰਦਗੀ ਖੋਖਲੀ ਰਹਿ ਗਈ। ਤੇ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਜਦੋਂ ਗੱਲ ਕਰਦੀ ਹੈ ਇਸੇ ਗੱਲ ਨੂੰ ਇਨਸਾਈਡ ਆਊਟ ਨਾਲ, ਤੇ ਆਪਾਂ ਬਾਅਦ ਚ ਵੀ ਗੱਲ ਕਰਾਂਗੇ, ਬਟ ਇੱਕ ਜਿਹੜੀ ਵਿਚਾਰਧਾਰਾ ਦੇ ਵਿੱਚ ਉਹਨੂੰ ਐਕਸਪਲੇਨ ਕਰਨ ਵਾਸਤੇ, ਸਮਝਾਉਣ ਵਾਸਤੇ ਗੁਰੂ ਪਾਤਸ਼ਾਹ ਨੇ ਕੁਝ ਤਰੀਕੇ ਵਰਤੇ ਨੇ। ਕਿਤੇ ਕੁਐਸਚਨ ਆਨਸਰ ਦਾ ਤਰੀਕਾ ਹੈ, ਵਿਚ ਇਜ਼ ਦ ਬੇਸਿਸ ਆਫ ਅ ਡਾਇਲੌਗ। ਕਿਤੇ ਮੈਟਾਫੋਰ ਦਾ ਤਰੀਕਾ ਹੈ, ਐਗਜ਼ਾਮਪਲ ਦੇ ਕੇ। ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਜਿੱਥੋਂ ਸ਼ੁਰੂਆਤ ਕੀਤੀ ਹੈ ਉਹ ਸਚਿਆਰ ਬਣਨ ਦੀ ਕੀਤੀ ਹੈ। ਸਰੀਰ ਦੇ ਲੈਵਲ ਤੇ ਨਹੀਂ, ਉਹ ਆਚਾਰ ਦੇ ਲੈਵਲ ਤੇ ਹੈ। ਗੁਰਬਾਣੀ ਦਾ ਸਾਰਾ ਦਾ ਸਾਰਾ ਜ਼ੋਰ ਜਿਹੜਾ ਹੈ आचार ते है। इट इज ऑन इंटरनल डेवलपमेंट। सचों उरे सबको ऊपर सच आचार। ते उत्थे ही गल एक पासे सच है, दूसरे पासे कूड़ है। इहदी गल पहली पौड़ी च गुरु साहब ने कर ली है। कमाल दी गल है। सच कूड़ दी गल करन दे नाल अगली गल जिहड़ी गुरु साहब ने कीती है वो हुक्म रजाई दी कीती है। टू बी इन द ऑर्डर, in the divine order, in the universal order।
ਬੜੀ ਸੌਖੀ, ਬੜੀ ਇੰਪੋਰਟੈਂਟ ਚੀਜ਼ ਹੈ ਜਿਹਨੂੰ ਅਸੀਂ ਸਾਰਿਆਂ ਨੇ ਸਮਝਣਾ। ਬਾਰ-ਬਾਰ ਮੇਰਾ ਖਿਆਲ ਆਪਾਂ ਸਾਰੇ ਇਸ ਵਿਸ਼ੇ ਤੇ ਗੱਲ ਕਰਦੇ ਹਾਂ, ਲੇਕਿਨ ਰੈਪੀਟੀਸ਼ਨ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਗੱਲ ਕਿਸੇ ਤਰੀਕੇ ਨਾਲ ਇਵੇਂ ਸਾਡੇ ਸਾਹਮਣੇ ਆਉਂਦੀ ਹੈ ਜਿਵੇਂ ਪਹਿਲਾਂ ਨਹੀਂ ਆਈ ਸੀਗੀ। ਤੇ ਜੇ ਅੱਜ ਦੀ ਲੈਂਗੁਏਜ 'ਚ ਆਪਾਂ ਕਹੀਏ ਕਿ ਗੁਰੂ ਸਾਹਿਬ ਨੇ ਜਦੋਂ ਅਮਲੀ ਜੀਵਨ ਦੇ ਜ਼ੋਰ ਦਿੱਤਾ, ਅੱਜ ਕੰਪਨੀਆਂ ਦੇ ਵਿੱਚ ਗੱਲ ਕੀਤੀ ਜਾਂਦੀ ਆ ਵਾਕ ਦ ਟਾਕ, ਕਿ ਜੋ ਕੁਝ ਕਹਿ ਰਹੇ ਹੋ ਤੁਹਾਡੀ ਜੀਵਨ ਦਾ ਹਿੱਸਾ ਬਣ ਜਾਏ। ਐਂਡ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਫ ਦਾ ਗੁਰਮਤ ਵਿਚਾਰਧਾਰਾ। ਸਾਹਿਬ ਬਖਸ਼ਿਸ਼ ਕਰਦੇ ਨੇ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਹੁਣ ਮੇਰੇ ਵਰਗੇ ਨੇ, ਆਪ ਤਾਂ ਅਸੀਂ ਤੁਰਦੇ ਨਹੀਂ ਤੇ ਦੂਜਾ ਕਿਵੇਂ ਤੁਰੇ। 90% ਕੰਮ ਸਾਡੇ ਤੇ ਹੋਣਾ ਹੈ। We have to change, we have to adopt, we have to become better। ਜੀਵਨ ਜਾਂਚ ਅਸੀਂ ਸਿੱਖਣੀ ਹੈ, every one of us। and once that happens, ਸ਼ਾਇਦ ਅੱਗੇ ਤੁਰੇ। ਇਹ ਬਹੁਤ ਹੀ ਸਿੰਪਲ ਜੀ ਗੱਲ ਹੈ ਗੁਰਮਤ ਵਿਚਾਰਧਾਰਾ ਦੀ, ਲੇਕਿਨ ਹੈ ਬੜੀ ਸ਼ੇਸ਼ਕ। ਜਾਂ ਆਪਾਂ ਇੰਜ ਕਹਿ ਦਈਏ ਕਿ ਜਦੋਂ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਥੋੜਾ ਹੋਰ ਕਲੈਰੀਫਾਈ ਕੀਤਾ ਤੇ ਕੀ ਕਹਿ ਦਿੱਤਾ ਕਿ ਭਲਿਓ, ਸਰੀਰ ਗੁਰੂ ਨਹੀਂ ਹੈ, ਸਰੀਰ ਚੇਲਾ ਨਹੀਂ ਹੈ। ਉਹ ਜਿਸ ਵਿਚਾਰਧਾਰਾ ਨੇ ਜਿਹਨੂੰ ਚੇਲਾ ਬਣਾਉਣਾ ਹੈ, ਉਹ ਚੇਲਾ ਕਿਹਨੇ ਬਣਨਾ ਹੈ? ਸੁਰਤ ਨੇ। ਸਰੀਰ ਨੂੰ ਚੇਲਾ ਬਣਾਉਣਾ ਬਹੁਤ ਸੌਖਾ ਹੈ। ਤੁਸੀਂ ਜਾਣਦੇ ਹੋ ਪੈਟਸ ਨੂੰ ਟ੍ਰੇਨਿੰਗ ਦੇਣ ਵਾਲੇ, ਹਨਾ, ਕੈਰਟ ਐਂਡ ਸਟਿਕ ਯੂਜ਼ ਕਰਕੇ ਕੁੱਤਿਆਂ ਨੂੰ ਸਿਖਾਉਣ ਵਾਲੇ, ਟਾਈਗਰ ਨੂੰ ਸਿਖਾਉਣ ਵਾਲੇ, ਉਹ ਸਰੀਰ ਨੂੰ ਤਾਂ ਸਾਰੇ ਹੀ ਚੇਲਾ ਬਣਾ ਲੈਂਦੇ ਨੇ। ਕਿਹੜੀ ਵੱਡੀ ਗੱਲ ਹੈ? ਵੱਡੀ ਗੱਲ ਹੈ ਜਦੋਂ ਸਾਡੀ ਆਪਣੀ ਸੁਰਤ ਜਿਹੜੀ ਹੈ ਚੇਲਾ ਬਣ ਜਾਏ। ਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਘਾਲਨਾ ਹੀ ਇਹੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤਿੱਥੇ ਕੜੀਐ ਸੁਰਤ ਮਤ ਮਨ ਬੁੱਧ। ਜਦੋਂ ਤੱਕ ਸਾਡੀ ਸੁਰਤ ਦੀ ਘਾੜਤ ਨਹੀਂ ਹੁੰਦੀ, ਜਿਹੜੀ ਸਭ ਤੋਂ ਸੌਖੀ ਔਰ ਸਭ ਤੋਂ ਔਖੀ। ਸੌਖੀ ਇਸ ਲਈ ਹੈ ਕਿ ਆਪਣੇ ਉੱਤੇ ਹੈ, ਔਖੀ ਇਸ ਲਈ ਹੈ ਕਿ ਉਹਨੂੰ ਅਪਣਾਉਣਾ ਵਾਸਤੇ ਜਦੋਂ ਤੱਕ ਅਸੀਂ ਚੇਤਨ ਨਹੀਂ ਹੁੰਦੇ, ਸਾਡੇ 99% ਕੰਮ ਅਵਚੇਤਨ ਨੇ, ਆਪਣੇ ਆਪ ਹੋ ਰਹੇ ਨੇ, ਆਟੋਮੈਟਿਕ ਹੋ ਰਹੇ ਨੇ, ਹੈਬਿਚੁਅਲ ਹੋ ਰਹੇ ਨੇ। ਉਹਦੇ ਵਿੱਚ ਸੁਰਤ ਜਦ ਤੱਕ ਸਹਿਜ ਦੇ ਲੈਵਲ ਤੇ ਨਹੀਂ ਪਹੁੰਚਦੀ, ਉਸ ਤੋਂ ਪਹਿਲਾਂ ਸੁਰਤ ਨੂੰ ਕੰਟਰੋਲ ਕਰਨਾ, ਮੈਨੇਜ ਕਰਨਾ, ਡਿਵੈਲਪ ਕਰਨਾ ਇੱਕ ਬਹੁਤ ਵੱਡੀ ਘਾਲਨਾ ਦਾ ਕੰਮ ਹੈ। ਸਭ ਤੋਂ ਵੱਡੀ ਜ਼ਿੰਦਗੀ ਦੀ ਇਹੀ ਕਮਾਈ ਹੈ। ਸੁਰਤ ਸਭ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੀ। ਸਤਿਗੁਰੂ ਰਹਿਮਤ ਕਰਨ ਵੀ ਸਾਡੀ ਸੁਰਤ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਆਵੇ, ਗੁਰਮਤ ਦੀ ਵਿਚਾਰਧਾਰਾ ਆਵੇ। ਤਾਂ ਕਿ ਇੱਕ ਹੋਰ ਗੱਲ, ਗੁਰੂ ਨਾਨਕ ਪਾਤਸ਼ਾਹ ਨੇ ਸੱਚ ਝੂਠ ਦਾ ਜੋ ਨਿਬੇੜਾ ਕੀਤਾ, ਕਮਾਲ ਹੀ ਕਰ ਦਿੱਤਾ। ਜੇ ਥੋੜਾ ਜਿਹਾ ਸਮਝਣਾ ਹੋਵੇ ਤੇ ਆਸਾ ਕੀ ਵਾਰ, ਕਿਉਂਕਿ ਵਕਤ ਘੱਟ ਹੈ, ਮੈਂ ਥੋੜਾ ਸੰਖੇਪ ਕਰਨ ਦੀ ਕੋਸ਼ਿਸ਼ ਕਰਾਂਗਾ ਅੱਗੇ ਤੁਰਨ ਵੇਲੇ। ਕਿ ਐਜ਼ ਏ ਸਟੂਡੈਂਟ ਮੈਨੂੰ ਕੀ ਸਮਝ ਆਉਂਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਪਾਤਸ਼ਾਹ ਦੀ ਸ਼ਾਇਦ ਅਗਵਾਈ ਵਿਚਾਰਧਾਰਾ ਇਹ ਹੈ ਕਿ anything which is not permanent is not such, and only thing which is permanent is such। ਸਾਹਿਬ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਹੈ ਸੱਚੇ ਦੀ ਕੋਠੜੀ, ਪਰ ਨਾਲ ਕੀ ਕਹਿੰਦੇ ਨੇ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਵਾਈ? ਬਿਕੋਜ਼ ਉਹ ਥੁੜ ਚਿਰੀ ਹੈ। ਗੁਰੂ ਪਾਤਸ਼ਾਹ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਵੀ ਜਿਹੜੀ ਚੀਜ਼ ਸਦੀਵੀ ਨਹੀਂ, ਇਟ ਇਜ਼ ਅ ਇਲੂਜ਼ਨ। ਸੱਚ ਉਹ ਹੈ ਜਿਹੜਾ ਸਦੀਵੀ ਹੈ, ਤਾਂ ਹੀ ਉਹਨੂੰ
ਅਸੀਂ ਗੁਣਾ ਕਰਕੇ ਕਹਿੰਦੇ ਆ ਔਰ ਅੰਮ੍ਰਿਤ ਦੀ ਗੱਲ ਕਰਦੇ ਆ, ਵਿਚ ਇਜ਼ ਫॉर एवर। द ट्रू अमृत इज द वन विच इज फॉर एवर। एक होर बेनती करा, हालांकि समय की अपनी सीमा है, गल नहीं कर पावांगे आपां, लेकिन गुरु पातशाह ने, गुरमत राही गुरु नानक पातशाह ने दो चीज़ों की अंडरस्टैंडिंग जगत के सामने रखी है। एक फिजिकल डिवाइन ऑर्डर, एक नॉन फिजिकल डिवाइन ऑर्डर। ये दोनों ही हुक्म रजाई की गल हो रही है, ये दोनों ही बड़े इंपॉर्टेंट ने। हाँ, फिजिकल समझना ज्यादा सौखा है, नॉन फिजिकल समझना थोड़ा भरोसे का कम है। तो फिजिकल ऑर्डर के तो गुरु नानक पातशाह ने बड़ा बड़े प्यार नाल कहा कि भाईओ, वीरो, दुनिया वालों, कि आ जिहड़ी सारी दुनिया नजर आती है ना जी, ये दुनिया उस परमेश्वर की बनाई हुई है। एक कुदरत रब का ही रूप है, दिसदा रूप। तो वो जड़ा फिजिकल नॉन फिजिकल का रिलेशनशिप है, कमाल का है। अज सिख जिस रूप में विचरता है, ਉਹਦਾ ਜਿਹੜਾ ਫਿਜ਼ੀਕਲ ਆਰਡਰ ਹੈ, ਉਹ ਕਿਹੜਾ ਆਰਡਰ ਹੈ? ਜਿਹੜਾ ਰੱਬ ਨੇ ਬਣਾਇਆ ਹੈ। ਤੇ ਕੁਦਰਤ ਨੂੰ ਸਮਝਣਾ, ਕੁਦਰਤ ਨੂੰ ਅਪਣਾਉਣਾ ਸਿੱਖੀ ਦੇ ਵਿਚਾਰਧਾਰਾ ਦਾ ਇੱਕ ਇੰਪੋਰਟੈਂਟ ਪੈਰਾਮੀਟਰ ਹੈ। ਟੂ ਫੋਲੋ ਦ ਫਿਜ਼ੀਕਲ ਲਾਜ਼ ਇਜ਼ ਦ ਇੰਪੋਰਟੈਂਟ ਐਸਪੈਕਟ ਆਫ ਗੁਰਮਤਿ ਵਿਚਾਰਧਾਰਾ। जिमें हुनी मैं बेनती कर रहा सी, ये जग सच्चे की है कोठड़ी, सच्चे का विश्वास, ये सच वसिया होया है। एक कोठड़ी सदीवी नहीं, पर ये वसन वाला सदीवी है। साडे शरीर की कोठड़ी भी सदीवी नहीं, ये जगत की कोठड़ी भी सदीवी नहीं, इन्हें खत्म हो जाना है। पर ये जिहड़ा बैठा है, जो कला वरता रहा है, वो सदीवी है। एक होर बेनती करा, गुरु पातशाह ने डायलॉग की वरतों की। वो क्यों कर पाए? उन्होंने अमली जीवन से, उन्होंने दिल च एक दर्द सीगा कि आ जिहड़े थॉट लीडर ने, जिहड़े जगह जगह बैठे सीगे, आम बंदे कोल नहीं गए, उन्होंने कोल गए, जिहड़े सारे दुनिया को प्रभावित कर रहे सीगे, उन्होंने करके। और डायलॉग भी कितना इस तरीके नाल कीता कि दूजे नूं समझा दिता, वो समझ भी गया। आपां सारे बड़े प्यार नाल सिद्ध गोष्ठ की गल करते हैं, तरह तरह के सवाल जवाब ने। ते जेड़ा डायलॉग है बड़ा इंपॉर्टेंट है, कौम लई, संस्थावां लई, पूरे संसार लई। हाँ, उसकी आउटकम बड़ी इंपॉर्टेंट है। डायलॉग इसलिए नहीं है कि इंटलैक्ट को चेक करना है कि कौन विद्वान है। डायलॉग सिर्फ इसलिए है कि उसदे नाल चंगी जीवन जांच मिल सकती है कि नहीं। ते गुरु पातशाह ने इसका बहुत प्रचार किया। गुरु पातशाह जगह जगह गए और बड़े ड्रामेटिकली भी डायलॉग किए ने, भावें वो मक्के गए, भावें कुरुक्षेत्र गए, तो उन्होंने डायलॉग करने का भी एक ढंग तरीका सीगा। लेकिन जी अंदर का अमली जीवन सीगा, ਉਹਦੇ ਵਿੱਚ ਇੰਨਾ ਪ੍ਰਭਾਵ ਸੀਗਾ, ਇੰਨੀ ਸ਼ਕਤੀ ਸੀਗੀ, ਇੰਨਾ ਕਰਜ ਸੀਗਾ, ਇੰਨਾ ਕੌਨਫੀਡੈਂਸ ਸੀਗਾ ਕਿ ਦੂਜੇ ਉੱਤੇ ਉਹਦਾ ਅਸਰ ਹੁੰਦਾ ਸੀਗਾ। ਹਕੀਕਤਾਂ ਇਹ ਹੈ, गुरु पातशाह का जीवन, गुरु नानक साहब का जीवन गुरमत सीगा, गुरमत अनुसारी सीगा। ते ओ जो कुछ कर गए वो गुरमत अनुसार सीगा। ते जो कुछ उन्होंने किया, जो अगवाई सी, वो सारी दी सारी अगवाई असी किन्ने वडभागे हैं भी साडे कोल अज भी गुरु ग्रंथ साहब के रूप विच वो विचारधारा है। विचारधारा साडी नहीं हो सकती, विचारधारा गुरु दी है, शब्द दी है। जद ओदा ओदी खेड़ वरतदी है तो सारी चीज़ां अपने आप ठीक हो जांदियां ने। अरदास, नदर बड़ी कमाल दियां चीज़ां ने, प्रेम बड़ी कमाल दी चीज़ है। जो तो प्रेम खिलन चाहो सिर तर तली गली मेरी आओ। गुरु बख्शिश करे भी साढ़े दिलों में भी प्रेम भावना भांडा पाओ,
ਹੋ ਜਾਵੇ, ਤਾਂ ਕਿ ਇਹ ਜੀਵਨ ਜਿਹੜਾ ਹੈ, ਜਿੱਥੇ ਅਸੀਂ ਖੜੇ ਹਾਂ, ਨਿੱਜੀ ਤੌਰ ਦੇ ਉੱਤੇ, ਸੰਸਥਾ ਦੇ ਤੌਰ ਦੇ ਉੱਤੇ, ਤੁਸੀਂ ਸਾਰੇ ਹੀ ਬਹੁਤ ਵਡਭਾਗੇ ਹੋ, ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਵੱਡੇ ਪ੍ਰਚਾਰ 'ਚ। ਔਰ ਕਮਾਲ ਹੈ ਕਿ ਆਪਾਂ ਜੇ ਸਾਰੇ ਵੀਰਾਂ ਭੈਣਾਂ ਦੀ ਜਿਹੜੇ ਇਸ ਟਾਈਮ ਲਾਈਨ ਹੈ ਤੇ ਬੈਠੇ ਨੇ, ਗੱਲਾਂ ਕਰ ਰਹੇ ਨੇ, ਜੇ ਉਹਨਾਂ ਜਿੰਨੇ ਵੀ ਨੇ, ਤਕਰੀਬਨ ਤਕਰੀਬਨ ਸਾਰਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਜਾਣਦਾ ਹਾਂ, ਤੇ ਉਹ ਸਾਰੇ ਦੇ ਸਾਰੇ ਕੌਮ ਦਾ ਬਹੁਤ ਵੱਡਾ ਸਰਮਾਇਆ ਨੇ। ਤੇ ਦੂਜੀ ਗੱਲ ਇਹ ਹੈ ਕਿ ਬਹੁਤਾਤ ਦੇ ਵਿੱਚ ਉਹਨਾਂ ਸਾਰਿਆਂ ਦੀ ਲਾਇਬਿਲਿਟੀਜ਼ ਬਹੁਤ ਘੱਟ ਨੇ, ਤੇ ਆਪਾਂ ਮਿਲ ਜੁਲ ਕੇ ਸਿਰ ਜੋੜੀਏ ਤੇ ਕੋਸ਼ਿਸ਼ ਕਰੀਏ ਕਿ ਕਲੈਕਟਿਵਲੀ ਕਿਸ ਤਰੀਕੇ ਨਾਲ ਅਸੀਂ ਕੌਮ ਦਾ, ਸੰਸਥਾ ਦਾ ਭਲਾ ਕਰਨ ਦੇ ਵਿੱਚ ਅਸੀਂ ਕਿਵੇਂ ਪਾਰਟਿਸਿਪੇਟ ਕਰ ਸਕਦੇ ਹਾਂ। ਮੈਂ ਦੋ ਚਾਰ ਬੇਨਤੀਆਂ ਹਰ ਜਗ੍ਹਾ ਤੇ, ਹਰ ਪਲੇਟਫਾਰਮ ਤੇ ਕਰਦਾ ਕਿ ਪਹਿਲੀ ਗੱਲ ਇਹ ਹੈ ਕਿ ਅੱਜ ਸਿੱਖ ਸਮਾਜ ਨੂੰ ਆਪਣੇ ਪਰਿਵਾਰ ਸਾਂਭਣ ਦੀ ਲੋੜ ਹੈ, ਔਰ ਉਹਦੇ ਵਾਸਤੇ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਉਹ ਮਾਂ ਹੈ, ਪਹਿਲੀ ਗੱਲ। ਦੂਜਾ, ਜਿਹੜੇ ਕੁਝ ਵੱਡੇ ਹੋ ਗਏ ਨੇ, ਜਿਹੜੇ ਨੌਜਵਾਨ ਨੇ, ਕਿਉਂਕਿ ਉਹ ਗੱਲ ਕਰਾਂਗੇ, ਸਭ ਤੋਂ ਇੰਪੋਰਟੈਂਟ ਇਸ਼ੂ ਜਿਹੜਾ ਸਾਡਾ ਆਇਆ, ਭਾਵੇਂ ਪੰਜਾਬੀ ਨੂੰ ਲੈ ਕੇ ਹੈ, ਭਾਵੇਂ ਵਿਚਾਰਧਾਰਾ ਨੂੰ ਲੈ ਕੇ ਹੈ, ਭਾਵੇਂ ਗੁਰਮਤ ਦੇ ਪ੍ਰਚਾਰ ਨੂੰ ਲੈ ਕੇ ਹੈ, ਸਭ ਤੋਂ ਵੱਡਾ ਧੁਰਾ ਪਰਿਵਾਰ ਨੇ। ਤੇ ਪਰਿਵਾਰ ਵੀ, ਜੇਕਰ ਅਸੀਂ ਸੰਗਤ ਰੂਪ ਦੇ ਵਿੱਚ ਪਰਿਵਾਰ ਇਕੱਠੇ ਹੋਈਏ, ਤਾਂ ਉਹਦਾ ਬਹੁਤ ਵੱਡਾ ਅਸਰ ਹੋਏਗਾ। ਮੈਨੂੰ ਇੰਜ ਜਾਪਦਾ, ਮੈਂ ਹਰ ਪਲੇਟਫਾਰਮ ਤੇ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ 'ਚ ਜਿੰਨੇ ਵੀ ਅਸੀਂ ਜੁੜੇ ਹਾਂ, ਇਸ ਪਾਸੇ ਇਕਜੁੱਟ ਹੋ ਕੇ ਇਹਨੂੰ ਕੋਸ਼ਿਸ਼ ਕਰੀਏ ਕਿ ਪਰਿਵਾਰਾਂ ਪ੍ਰਤੀ ਸਾਡੇ ਜਿਹੜੇ ਸਮਾਗਮ ਨੇ, ਸਾਡੀਆਂ ਜਿੰਨੀਆਂ ਵੀ ਵਰਕਸ਼ਾਪ ਨੇ, ਜਿੰਨੇ ਵੀ ਸੰਗਤ ਰੂਪੀ ਪ੍ਰੋਗਰਾਮ ਨੇ, ਉਸ ਤਰੀਕੇ ਦੇ ਹੋ ਸਕਣ। ਦੂਜਾ, ਜਿਹੜੇ ਨੌਜਵਾਨ ਨੇ, ਉਹਨਾਂ ਲਈ ਵੀ ਅਸੀਂ ਇੱਕ ਹੋਰ ਚੀਜ਼ ਮੈਂ ਦੇਖੀ ਹੈ ਕਿ ਸੰਸਥਾਵਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ, ਤੁਸੀਂ ਵੀ ਆਪਣੇ ਜੀਵਨ ਕਾਲ 'ਚ ਝਾਤੀ ਮਾਰੋਗੇ ਕਿ 30 ਸਾਲ ਤੋਂ ਲੈ ਕੇ 45 ਸਾਲ ਦੀ ਉਮਰ 'ਚ ਆਪ ਜੀ ਨੇ ਬਹੁਤ ਸਾਰੀ ਕੰਟਰੀਬਿਊਸ਼ਨ ਜਿਹੜੀ ਜਿਹੜੀ ਸੰਸਥਾ ਨਾਲ ਜੁੜੇ ਹੋਏ ਹੋ ਕੀਤੀ ਹੋਏਗੀ, ਤੇ ਉਹਨਾਂ ਦੀ ਭਾਲ ਕਰੀਏ। ਜਿਹੜੇ 30 ਤੋਂ 45 ਸਾਲ ਦੀ ਉਮਰ ਦੇ ਨੇ, ਥੋੜੇ ਵੱਡੇ ਹੋ ਚੁੱਕੇ ਨੇ, ਉਹਨਾਂ ਨੂੰ ਜਿਹੜੀ, ਭਾਵੇਂ ਉਹ ਸਿੱਖ ਮਿਸ਼ਨਰੀ ਕਾਲਜ ਨਾਲ ਆਪ ਜੀ ਜੁੜੇ ਹੋ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਨਾਲ ਜੁੜੇ ਹੋ, ਔਰ ਗੁਰਮਤਿ ਪ੍ਰਚਾਰ ਦੇ ਵਿੱਚ ਆਪ ਜੀ, ਮੈਨੂੰ ਪਤਾ ਸਾਰੇ ਹੀ ਲੱਗੇ ਹੋਏ ਹੋ। ਗੁਰਬਖਸ਼ਿਸ਼ ਕਰੇ, ਆਪਾਂ ਸਾਰੇ ਮਿਲ ਜੁਲ ਕੇ ਕੁਝ ਹੋਰ ਹੰਬਲਾ ਮਾਰੀਏ, ਅੱਗੇ ਵਧੀਏ। ਪਰਮਾਤਮਾ ਦੀ ਰਹਿਮਤ, ਵਾਹਿਗੁਰੂ ਜੀ ਦੀ ਰਹਿਮਤ, ਬਖਸ਼ਿਸ਼ ਸਦਕਾ, ਗੁਰਮਤਿ ਦੀ ਰਹਿਮਤ, ਵਿਚਾਰਧਾਰਾ ਦੇ ਸਦਕਾ ਆਪਾਂ ਜ਼ਰੂਰ ਅੱਗੇ ਵਧਾਂਗੇ। ਗਲਤੀਆਂ ਮੇਰੀਆਂ ਨੇ, ਮੈਂ ਸਿਰਫ ਸਾਂਝ ਕਰ ਰਿਹਾ ਸੀਗਾ। ਮੈਨੂੰ ਇੰਜ ਜਾਪਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਤੇ ਗੁਰਮਤਿ, ਇਹਨਾਂ ਦੋਨਾਂ ਵਿੱਚ ਕੋਈ ਉੱਕਾ ਭੇਦ ਨਹੀਂ, ਦੋਨੋਂ ਇੱਕੋ ਚੀਜ਼ਾਂ ਨੇ। ਦੋਨਾਂ ਤੋਂ ਪ੍ਰੇਰਣਾ ਲੈ ਕੇ ਜਿਵੇਂ ਲੋਕੀ ਅੱਜ ਦੀ ਡੇਟ 'ਚ ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰੇਰਿਤ ਹੁੰਦੇ ਨੇ, ਕਾਸ਼ ਉਸੇ ਤਰੀਕੇ ਨਾਲ ਉਹ ਗੁਰਮਤਿ ਦੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਵੀ ਸਾਰੇ ਪ੍ਰੇਰਿਤ ਹੋਣ, ਭਾਵੇਂ ਉਹ ਕਿਸੇ ਵੀ ਮਜ਼ਹਬ ਨਾਲ ਤਾਲੁਕ ਰੱਖਦੇ ਨੇ। ਆਪਣਾ ਜੀਵਨ ਸਵਾਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।